सतनाम श्री वाहिगुरु साहिब जीओ। तू प्रभ दाता दान मत पूरा, हम थारे भिखारी जीओ। मैं क्या मांगू किछ थिर न रहाई, हर दीजै नाम प्यारी जियो। मैं मूरख की कीमत बात है, कोट पराधी तरिया रे। गुरु नानक जिन सुनिया पेखिया, से फिर गुर पास ना परिया रे। गुरु नानक जिन सुनिया पेखिया, से फिर गुर पास ना परिया रे। जुगो जुगा टल चावर शब्द तखत दे मालक, दसां पातशाहां जी दी जोत, हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी, गुरु सवारी गुरु की साजी साज के नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरतियां कागर करके जुड़ करके बहन की कृपालता करिए, समय और श्वासां नूं सफला करिए, सतगुरां दियां खुशियां प्राप्त करना करिए। आप संगत ने जो हुण तक लड़ीवार शब्द विचार कथा गुरबाणी सरवण कीती है, विचार इत्थों तक सी कि जिस वेले सतगुरु गुरु हरगोबिंद महाराज छेवें पातशाह मीरी पीरी दे मालक कृपालू दयालु सतगुरु जी छेवें पातशाह गुरु हरगोबिंद महाराज जी सतगुरु जी इधर अमृतसर की धरती ते विराजमान होए ने, सुशोभित होए ने। ते इत्थे सतगुरु जी नाल सारा परिवार इकत्र होया गुरु साहिब जी दे नाल। ते सतगुरु जी दी बख्शिश रहमत वरत रही है। अमृतसर दी धरती वेखे हुण गुरु सतगुरु जी ने सन्मुख संगतां काफी दूरों दूरों चल के आउंदियां गुरु सतगुरु जी दे दर्शन करन वास्ते। गुरु सतगुरु जी सब दे बख्शिशां रहमतां बरताई जांदे ने। ते समां बतीत हुंदा गया, कहंदे एक दिन सतगुरु गुरु हरगोबिंद महाराज छेवें पातशाह सतगुरु जी ने बाबा गुरदित्ता जी नूं अपने सन्मुख कोल नजदीक बिठा के विचार कीती है। बाबा गुरदित्ता जी काफी बड़े हो चुके ने, जो कि पूर्ण तौर ते अपनी कबीलदारी नूं अपने परिवार नूं संभाल सकते ने। ये कह लो कि पूर्ण जिम्मेवारी गुरु घर दी संभाल सकते ने। ते सतगुरु गुरु हरगोबिंद महाराज छेवें पातशाह सतगुरु जी ने बाबा गुरदित्ता जी नूं सन्मुख बिठाया, अपने
ਜੋ ਕਿ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਹਨ। ਸਤਿਗੁਰੂ ਜੀ ਨੇ ਨਜ਼ਦੀਕ ਬਿਠਾ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਆਖਿਆ, ਕਹਿੰਦੇ ਦੇਖੋ ਪੁੱਤਰ ਜੀ, ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਨਗਰ ਜੋ ਕਰਤਾਰਪੁਰ ਦੀ ਧਰਤੀ, ਆਪ ਜੀ ਉੱਥੇ ਚੱਲ ਕੇ ਪਰਿਵਾਰ ਸਮੇਤ ਰਹਿਣਾ ਕਰੋ, ਉੱਥੇ ਘਰ-ਬਾਰ ਦੀ ਪ੍ਰਾਪਤੀ ਕਰੋ। ਜੋ ਅਗਲੀ ਗੁਰੂ ਘਰ ਦੀ ਵਿਚਾਰ ਹੈ ਉਹ ਪੂਰਨ ਤੌਰ ਤੇ ਉੱਥੇ ਜਾ ਕੇ ਸੰਭਾਲੋ। ਸੰਗਤਾਂ ਉੱਥੇ ਆਉਂਦੀਆਂ ਦਰਸ਼ਨ ਦਿਦਾਰੇ ਪ੍ਰਾਪਤ ਕਰਦੀਆਂ ਨੇ ਤੇ ਤੁਹਾਡੇ ਤੇ ਗੁਰੂ ਨਾਨਕ ਦੇ ਮਾਰਗ ਦੀ ਪੂਰਨ ਕਿਰਪਾ ਵਰਤੇਗੀ। ਹੁਣ ਇਹ ਵਿਚਾਰ ਮੁੱਖ ਰੱਖ ਕੇ ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਹੁਕਮ ਕੀਤਾ, ਤੁਸੀਂ ਚੱਲ ਕੇ ਕਰਤਾਰਪੁਰ ਦੀ ਧਰਤੀ ਤੇ ਬਸੇਵਾ ਕਰੋ ਪਰਿਵਾਰ ਸਮੇਤ। ਤੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੇ ਨਾਲ ਵਿਚਾਰ ਕੀਤੀ ਗਈ ਆ। ਉਹਨਾਂ ਨੇ ਇਸ ਵਿਚਾਰ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਵਿਚਾਰ ਕੇ ਸੱਧ ਵਿੱਚ ਰੱਖਿਆ। ਤੇ ਉਸ ਵੇਲੇ ਬਾਬਾ ਗੁਰਦਿੱਤਾ ਜੀ ਨੇ ਚੱਲਣ ਦੀ ਤਿਆਰੀ ਕੀਤੀ ਹੈ। ਆਪ ਚੱਲੇ ਨੇ ਤੇ ਨਾਲ ਉਹਨਾਂ ਦੀ ਪਤਨੀ ਅਨੰਤੀ ਜੀ, ਜਿਨ੍ਹਾਂ ਦਾ ਨਾਮ ਅਨੰਤੀ ਹੈ, ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਵਰਣਨ ਕਰਦੇ ਨੇ। ਤੇ ਕਹਿੰਦੇ ਅਨੰਤੀ ਜੀ ਨਾਲ ਚੱਲ ਪਏ ਨੇ। ਚੱਲਣ ਵਾਸਤੇ ਕਰਤਾਰਪੁਰ ਦੀ ਧਰਤੀ ਤੇ ਤਿਆਰੀ ਕੀਤੀ ਗਈ ਹੈ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਤੇ ਇਥੋਂ ਚੱਲਣ ਦੀ ਤਿਆਰੀ ਜਦੋਂ ਕੀਤੀ, ਤਿੰਨੇ ਮਾਤਾਵਾਂ ਸਤਿਕਾਰਯੋਗ ਦਮੋਦਰੀ ਜੀ, ਸਤਿਕਾਰਯੋਗ ਮਹਾਦੇਵੀ ਜੀ, ਸਤਿਕਾਰਯੋਗ ਨਾਨਕੀ ਜੀ, ਤਿੰਨੋਂ ਮਾਤਾਵਾਂ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਕੇ ਆਗਿਆ ਪ੍ਰਾਪਤ ਕੀਤੀ। ਸਤਿਗੁਰੂ ਜੀ ਤੋਂ ਆਗਿਆ ਪ੍ਰਾਪਤ ਕੀਤੀ, ਅਰਦਾਸ ਬੇਨਤੀ ਕਰਕੇ ਕਹਿੰਦੇ ਕਰਤਾਰਪੁਰ ਦੀ ਧਰਤੀ ਵੱਲ ਰਵਾਨਗੀ ਪ੍ਰਾਪਤ ਕੀਤੀ ਬਾਬਾ ਗੁਰਦਿੱਤਾ ਜੀ ਨੇ ਕੁਝ ਕੁ ਸੇਵਕਾਂ ਦੇ ਨਾਲ। ਹੁਣ ਸਤਿਗੁਰੂ ਜੀ ਦੀ ਕਿਰਪਾ ਹੋਈ, ਏਦਾਂ ਚਲਦੇ ਚਲਦੇ ਕਰਤਾਰਪੁਰ ਦੀ ਧਰਤੀ ਤੇ ਪਹੁੰਚੇ ਨੇ। ਅੱਜ ਇੱਥੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਆਪ ਵੀ ਖੁਦ ਚਰਨ ਪਾ ਕੇ ਉਹ ਧਰਤੀ ਨੂੰ ਪਵਿੱਤਰ ਕੀਤਾ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ। ਇੱਧਰ ਜਲੰਧਰ ਵੱਲ ਧਰਤੀ ਹੈ ਕਰਤਾਰਪੁਰ ਦੀ, ਪਹੁੰਚੇ ਨੇ। ਉੱਥੇ ਸੰਗਤਾਂ ਨੂੰ ਪਤਾ ਲੱਗਿਆ ਸਤਿਗੁਰੂ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਪਧਾਰੇ ਨੇ। ਤੇ ਸੰਗਤਾਂ ਨੇ ਬੜਾ ਅਦਬ ਸਤਿਕਾਰ ਕੀਤਾ ਬਾਬਾ ਗੁਰਦਿੱਤਾ ਜੀ ਦਾ। ਬੜੇ ਸਤਿਕਾਰ ਦੇ ਵਿੱਚ ਉਹਨਾਂ ਨੂੰ ਪੂਰਨ ਤੌਰ ਤੇ ਗੁਰੂ ਸਤਿਗੁਰ ਦਾ ਰੂਪ ਜਾਣਦੇ ਹੋਏ ਉਹਨਾਂ ਨੂੰ ਭੇਟਾਂ ਅਰਪਣ ਕੀਤੀਆਂ। ਸਤਿਗੁਰੂ ਜੀ ਦੀ ਕਿਰਪਾ ਹੋਈ। ਵਿਸਾਖੀ ਦੇ ਸੰਬੰਧ ਵਿੱਚ ਸੰਗਤਾਂ ਬੜੀਆਂ ਜੁੜੀਆਂ। ਵਿਸਾਖੀ ਦਾ ਤਿਉਹਾਰ ਨਜ਼ਦੀਕ ਆਇਆ, ਉੱਥੇ ਬੜੀਆਂ ਰੌਣਕਾਂ ਲੱਗੀਆਂ, ਗੁਰਬਾਣੀ ਦੇ ਪ੍ਰਵਾਹ ਚੱਲਣ ਲੱਗੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਤੇ ਸਮਾਂ ਬਤੀਤ ਹੁੰਦਾ ਗਿਆ। ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਵੀ ਇਧਰ ਅੰਮ੍ਰਿਤਸਰ ਦੀ ਧਰਤੀ ਵਾਂਗੂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿੱਥੇ ਸਤਿਗੁਰੂ ਜੀ ਦਾ ਸਤਿਕਾਰ ਕਰਦੀਆਂ ਸੰਗਤਾਂ, ਉੱਥੇ ਸਤਿਗੁਰ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਵੀ ਉਤਨਾ ਹੀ ਸਤਿਕਾਰ ਕੀਤਾ ਜਾ ਰਿਹਾ, ਉਨੀ ਹੀ ਰਿਸਪੈਕਟ ਦਿੱਤੀ ਜਾ ਰਹੀ ਹੈ। ਤੇ ਉਸ ਵੇਲੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਤੋਂ ਇਹ ਸਮਾਂ ਬਤੀਤ ਹੁੰਦਾ ਗਿਆ। ਤੇ ਇਧਰ ਜਿਹੜੇ ਬਚਨ ਉਚਾਰਨ ਕੀਤੇ ਸਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਕਿ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਸਾਡੀ ਨੂੰਹ ਰਾਣੀ ਅਨੰਤੀ ਜੀ ਦੇ ਕੁੱਖ ਦੇ ਵਿੱਚੋਂ ਸੁੰਦਰ 2 ਪੁੱਤਰਾਂ ਦੀ ਪ੍ਰਾਪਤੀ ਹੋਵੇਗੀ। ਤੇ ਉਸ ਵੇਲੇ ਸਮਾਂ ਪਾ ਕੇ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਜਦੋਂ ਵਿਚਰੇ ਨੇ ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਧੀਰ ਮਲ ਨੇ ਜਨਮ ਪ੍ਰਾਪਤ ਕੀਤਾ। ਗੁਰੂ ਨਾਨਕ ਦੇ ਮਾਰਗ ਦੇ ਦਰ ਕਰ ਵੇਖੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਗ੍ਰਹਿ ਵਿਖੇ ਪੋਤਰੇ ਦੇ ਰੂਪ ਦੇ ਵਿੱਚ ਬਖਸ਼ਿਸ਼ ਰਹਿਮਤ ਹੋਈ।
ਤੇ ਜੇ ਇਸ ਵੇਲੇ ਇਦਾਂ ਜਨਮ ਪ੍ਰਾਪਤ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਬਾਬਾ ਗੁਰਦਿੱਤਾ ਜੀ ਨੇ ਲੋੜਵੰਦ ਲੋਕਾਂ ਨੂੰ ਧਨ ਦੌਲਤ ਦੀ ਬਖਸ਼ਿਸ਼ ਕੀਤੀ ਹੈ। ਗਰੀਬ ਗੁਰਬੇ ਜੋ ਵਧਾਈ ਦਿੰਦੇ ਨੇ, ਪੂਰਨ ਤੌਰ ਤੇ ਉਹਨਾਂ ਨੂੰ ਕਹਿੰਦੇ ਮਾਇਆ ਦਿੱਤੀ ਜਾਂਦੀ ਹੈ, ਜਥਾ ਅਨੁਸਾਰ, ਸ਼ਰਧਾ ਅਨੁਸਾਰ, ਤੇ ਖੁਸ਼ੀ ਪ੍ਰਾਪਤ ਕਰਦੇ ਨੇ ਗਰੀਬ ਲੋੜਵੰਦ ਲੋਕ ਇਹ ਮਾਇਆ ਪ੍ਰਾਪਤ ਕਰਕੇ। ਤੇ ਸਤਿਗੁਰੂ ਜੀ ਦੀ ਕਿਰਪਾ ਹੋਈ, ਕਹਿੰਦੇ ਇਧਰੋਂ ਇੱਕ ਸਿੱਖ ਭੇਜਿਆ ਗਿਆ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਜੀ ਦੇ ਵੱਲ ਸੁਨੇਹਾ ਦੇ ਕੇ ਕਿ ਆਪ ਜੀ ਦੇ ਗ੍ਰਹਿ ਵਿਖੇ ਇੱਕ ਸੁੰਦਰ ਪੁੱਤਰ ਦੀ ਪੋਤਰੇ ਦੀ ਪ੍ਰਾਪਤੀ ਹੋਈ ਹੈ। ਤੇ ਜਦੋਂ ਸਿੱਖ ਗਿਆ ਸੁਨੇਹਾ ਲੈ ਕੇ, ਸਤਿਗੁਰੂ ਜੀ ਦੇ ਸਨਮੁਖ ਦੱਸਿਆ ਤੇ ਕਹਿੰਦੇ ਜਕਦਮ ਖੁਸ਼ੀਆਂ ਦਾ ਜਿਹੜਾ ਉਛਾਲਾ ਵੱਜਿਆ, ਜਿਵੇਂ ਬਹੁਤੀ ਵੱਡੀ ਸਮੁੰਦਰ ਦੇ ਵਿੱਚ ਤੂਫਾਨ ਦੀ ਲਹਿਰ ਉੱਠਦੀ ਹੈ ਨਾ, ਇਦਾਂ ਕਰਕੇ ਖੁਸ਼ੀਆਂ ਦੀ ਲਹਿਰ ਉੱਠੀ। ਸਤਿਗੁਰੂ ਜੀ ਦੀ ਕਿਰਪਾ ਹੋਈ ਅੰਮ੍ਰਿਤਸਰ ਦੀ ਧਰਤੀ ਤੇ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਤਿੰਨੋਂ ਮਾਤਾਵਾਂ ਦਮੋਦਰੀ ਜੀ, ਨਾਨਕੀ ਜੀ, ਉਸ ਵੇਲੇ ਮਹਾਦੇਵੀ ਜੀ ਬੜੇ ਖੁਸ਼ ਹੋਏ ਨੇ। ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਹੋਈ ਤੇ ਗੁਰੂ ਪਿਆਰੇ ਉੱਥੇ ਵੀ ਸਤਿਗੁਰੂ ਜੀ ਨੇ ਬੇਅੰਤ ਧਨ ਦੌਲਤ ਗਰੀਬ ਲੋੜਵੰਦ ਪਰਿਵਾਰਾਂ ਨੂੰ ਪ੍ਰਦਾਨ ਕੀਤਾ। ਗੁਰਬਾਣੀ ਦੇ ਪ੍ਰਵਾਹ ਚਲਾਏ, ਸਤਿਕਾਰ ਕੀਤਾ, ਗੁਰਬਾਣੀ ਦਾ ਸ਼ੁਕਰਾਨਾ ਕੀਤਾ ਪ੍ਰਮਾਤਮਾ ਦਾ ਕਿ ਆਪ ਜੀ ਨੇ ਸਾਡੇ ਗ੍ਰਹਿ ਵਿਖੇ ਪੋਤਰੇ ਦੀ ਦਾਤ ਬਖਸ਼ੀ ਆ। ਤੇ ਮੈਂ ਇੱਥੇ ਬੇਨਤੀ ਕਰਦੇ ਮੈਂ ਗੁਰੂ ਪਿਆਰਿਓ, ਸੰਸਾਰ ਦੇ ਵਿੱਚ ਪਹਿਲਾਂ ਇਹ ਵਿਚਾਰ ਹੁੰਦੀ ਸੀ, ਕੋਈ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ ਨਾ ਤੇ ਪ੍ਰਮਾਤਮਾ ਦੇ ਨਾਲ ਸਾਂਝੀ ਕੀਤੀ ਜਾਂਦੀ ਸੀ। ਸਭ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕੀਤਾ ਜਾਂਦਾ ਸੀ, ਖਿਮਾ ਕਰਨੀ। ਅਜੋਕੇ ਸਮੇਂ ਦੇ ਵਿੱਚ ਇਦਾਂ ਨਹੀਂ ਜੇ ਹੁੰਦਾ। ਅਜੋਕੇ ਸਮੇਂ ਵਿੱਚ ਇਹ ਵਰਤਦਾ ਕਿ ਪਹਿਲਾਂ ਆਪਣਾ ਅਸੀਂ ਸਵਾਰਥ ਦੇਖਨੇ ਆ। ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ, ਮਰਨ ਵਿਚਾਰਾ ਕਰਮ ਧਰਮ ਸਗਲਾਈ ਖੋਵੈ। ਸਤਿਗੁਰੂ ਜੀ ਕਹਿੰਦੇ ਦਾਤ ਨੂੰ ਪਿਆਰੀ ਮੰਨ ਕੇ ਦਾਤ ਦੇਣ ਵਾਲਾ ਭੁੱਲ ਗਿਆ, ਵਿਸਰ ਗਿਆ। ਜਿਨਨੇ ਦਾਤ ਦਿੱਤੀ ਉਹਦਾ ਸ਼ੁਕਰਾਨਾ ਹੀ ਨਹੀਂ ਕੀਤਾ, ਆਪਣੇ ਸਵਾਰਥ ਵਾਸਤੇ ਕਹਿੰਦੇ ਪਾਰਟੀਆਂ ਦੇ ਰੂਪ ਦੇ ਵਿੱਚ, ਖੁਸ਼ੀ ਦੇ ਰੂਪ ਦੇ ਵਿੱਚ ਫਿਰ ਕੀ ਕਰਨੇ ਆ। ਸਤਿਗੁਰੂ ਜੀ ਕਹਿੰਦੇ ਮਾਸ ਮੱਛੀ ਸ਼ਰਾਬ ਆਦ ਨਸ਼ਿਆਂ ਦਾ ਸੇਵਨ ਕਰਨੇ ਆ, ਏਦਾਂ ਖੁਸ਼ੀ ਜ਼ਾਹਰ ਕਰਨੇ ਆ। ਤੇ ਫਿਰ ਉਹ ਜਿਹੜੀ ਖੁਸ਼ੀ ਆਪਾਂ ਏਦਾਂ ਜ਼ਾਹਰ ਕਰਨੇ ਆ ਤੇ ਉਹਦੇ ਵਿੱਚ ਉਨਾ ਹੀ ਕਹਿੰਦੇ ਆਨੰਦ ਪ੍ਰਾਪਤ ਹੁੰਦਾ, ਉਨੀ ਹੀ ਬਰਕਤ ਪ੍ਰਾਪਤ ਹੁੰਦੀ ਹੈ। ਪਹਿਲਾ ਸਮਾਂ ਇਹ ਹੁੰਦਾ ਸੀ ਜੋ ਵੀ ਖੁਸ਼ੀ ਮਿਲਣੀ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ, ਪ੍ਰਮਾਤਮਾ ਦੇ ਨਾਲ ਉਹ ਖੁਸ਼ੀ ਸਾਂਝੀ ਕਰਨੀ, ਇਹ ਵਿਚਾਰ ਹੁੰਦੀ ਸੀ। ਪਰ ਅਜੋਕੇ ਸਮੇਂ ਦੇ ਵਿੱਚ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਹੀ ਆ, ਜਗ ਮੈਂ ਹੁਤਮ ਕਾਢੀ ਹੈ ਵਿਰਲੇ ਕਈ ਕੇ, ਕੋਈ ਵਿਰਲਾ ਮਨੁੱਖ ਹੈ ਜਿਹੜਾ ਪ੍ਰਮਾਤਮਾ ਨਾਲ ਖੁਸ਼ੀ ਸਾਂਝੀ ਕਰਦਾ। ਬਾਕੀ ਤੇ ਬਹੁਤੇ ਇਦਾਂ ਦੇ ਲੋਕ ਨੇ ਕਿ ਖੁਸ਼ੀ ਦੇ ਰੂਪ ਦੇ ਵਿੱਚ ਪਾਰਟੀਆਂ ਵਗੈਰਾ ਕਰਦੇ। ਸਤਿਗੁਰੂ ਜੀ ਕਹਿੰਦੇ ਕਰੋ ਜ਼ਰੂਰ ਇਦਾਂ ਦੀ ਵਿਚਾਰ, ਪਰ ਸ਼ੁਕਰਾਨਾ ਵੀ ਸਤਿਗੁਰੂ ਪ੍ਰਮਾਤਮਾ ਦਾ ਕਰਨਾ ਬਣਦਾ ਏ। ਸਭ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕਰੀਏ ਜਿਹਨੇ ਦਾਤ ਦਿੱਤੀ ਹੈ। ਇਹ ਬੇਦਾਤ ਤੇਰੀ ਦਾਤਾਰ, ਏਦਾਂ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਐ ਵਾਹਿਗੁਰੂ ਜੀ, ਆ ਜਿਹੜੀ ਦਾਤ ਦਿੱਤੀ ਹੈ ਤੂੰ ਦਿੱਤੀ ਹੈ, ਜੇ ਤੂੰ ਬਖਸ਼ਿਸ਼ ਰਹਿਮਤ ਕੀਤੀ ਤਾਂ ਹੀ ਪ੍ਰਾਪਤ ਕੀਤੀ। ਨੇ ਸਾਡੇ ਵਿੱਚ ਕੀ ਜ਼ੋਰ ਸੀ, ਅਸੀਂ ਇਹ ਪ੍ਰਾਪਤ ਕਰਦੇ ਭਾਵ ਨਹੀਂ ਕਰ ਸਕਦੇ। ਇਸ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਪ੍ਰਮਾਤਮਾ ਦਾ। ਉਸ ਵੇਲੇ ਕਹਿੰਦੇ ਬਾਬਾ ਗੁਰਦਿੱਤਾ ਜੀ ਨੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਧਰ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਬੇਅੰਤ ਸੰਗਤਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਆਪ ਜੀ ਨੇ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਉਸ ਵੇਲੇ ਏਦਾਂ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਗਈਆਂ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਕਹਿੰਦੇ ਸਮਾਂ ਬਤੀਤ ਹੁੰਦਾ ਗਿਆ। ਕੀ ਹੋਇਆ, ਇਧਰ ਅੰਮ੍ਰਿਤਸਰ ਦੀ ਧਰਤੀ ਤੇ ਕਹਿੰਦੇ ਬਾਬਾ ਸੂਰਜਮਲ ਜੀ
ਅਣੀ ਰਾਏ ਜੀ, ਬਾਬਾ ਟਲ ਜੀ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਚਾਰ ਸਾਹਿਬਜ਼ਾਦੇ ਸਤਿਗੁਰ ਦੇ ਅੰਮ੍ਰਿਤਸਰ ਦੀ ਧਰਤੀ ਤੇ ਵਿਰਾਜਮਾਨ ਹੈ। ਹੁਣ ਬਾਬਾ ਸੂਰਜਮਲ, ਅਣੀ ਰਾਏ ਜੀ, ਅਟਲ ਰਾਏ ਜੀ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਚਾਰੇ ਸਾਹਿਬਜ਼ਾਦੇ ਅੰਮ੍ਰਿਤਸਰ ਦੀ ਧਰਤੀ ਤੇ ਸੰਗਤਾਂ ਕਿ ਇਹਨਾਂ ਦੇ ਨਾਲ ਛੋਟੀ ਅਵਸਥਾ ਵਿੱਚ ਹੈ, ਇਹਨਾਂ ਦੇ ਨਾਲ ਆ ਕੇ ਬੜੇ ਪਿਆਰ ਕਰਦੀਆਂ, ਲਾਡ ਸਤਿਕਾਰ ਕਰਦੀਆਂ ਨੇ ਸੰਗਤਾਂ ਕੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤਣੀ ਸ਼ੁਰੂ ਹੋਈ। ਏਦਾਂ ਸਮਾਂ ਬਤੀਤ ਹੁੰਦਾ ਗਿਆ। ਉਸ ਵੇਲੇ ਕਹਿੰਦੇ ਸਤਿਗੁਰੂ ਜੀ ਦੇ ਚੌਥੇ ਪੁੱਤਰ ਬਾਬਾ ਟਲ ਰਾਏ ਜੀ, ਜਿਨ੍ਹਾਂ ਦੇ ਉੱਤੇ ਪੂਰਨ ਬਖਸ਼ਿਸ਼ ਰਹਿਮਤ ਹੈ, ਜੋ ਵਚਨੋਂ ਕਹਿੰਦੇ ਸਾਨੂੰ ਵਚਨ ਪੂਰਾ ਹੋ ਜਾਂਦਾ ਸੀ। ਜਿਵੇਂ ਕਿਸੇ ਨੇ ਕਿਹਾ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਦਾ ਬੋਲੇ ਬਿਰਥਾ ਨਾ ਜਾਏ। ਜੋ ਬਚਨ ਸਾਧੂ ਸੰਤ ਮਹਾਂਪੁਰਖ ਗੁਰੂ ਦੇ ਪੂਰਨ ਗੁਰਮੁਖ ਪਿਆਰੇ ਸੇਵਕ ਬਚਨ ਉਚਾਰਨ ਕਰ ਦਿੰਦੇ ਆ ਨਾ, ਉਹ ਬਚਨ ਪੂਰਾ ਜ਼ਰੂਰ ਹੁੰਦਾ, ਭਾਵੇਂ ਸਮਾਂ ਪਵੇ ਪਰ ਬਚਨੋਂ ਪੂਰਾ ਜ਼ਰੂਰ ਹੁੰਦਾ। ਸਹਿਜ ਸੁਭਾਏ ਜੋ ਬਚਨ ਕਹਿ ਦੇਣ, ਭਾਵੇਂ ਸੁਖ ਦਾ ਬਚਨ ਕਹਿ ਦੇਣ, ਭਾਵੇਂ ਦੁੱਖ ਦਾ ਬਚਨ ਕਹਿ ਦੇਣ, ਭਾਵੇਂ ਕਿਸੇ ਦੇ ਹਿੱਤ ਵਾਸਤੇ ਲਾਭਦਾਇਕ ਹੈ, ਭਾਵੇਂ ਹਾਨੀਕਾਰਕ ਹੈ, ਉਹ ਬਚਨ ਜੋ ਕਹਿ ਦਿੰਦੇ ਨੇ ਪਰਮਾਤਮਾ ਦੀ ਮੌਜ ਵਿੱਚ ਉਹ ਪੂਰਾ ਜ਼ਰੂਰ ਹੁੰਦਾ। ਤੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤਦੀ ਕਹਿੰਦੇ ਇਦਾਂ ਹੀ ਬਾਬਾ ਟਲ ਰਾਏ ਜੀ ਆ। ਛੋਟੀ ਜੀ ਅਵਸਥਾ ਅੰਮ੍ਰਿਤਸਰ ਦੀ ਧਰਤੀ ਤੇ ਵਿਰਾਜਮਾਨ ਹੈ ਤੇ ਸੰਗਤਾਂ ਆ ਕੇ ਬਾਬਾ ਟਲ ਰਾਏ ਜੀ ਨੂੰ ਬੜਾ ਪਿਆਰ ਕਰਦੀਆਂ। ਉਹਨਾਂ ਸੰਗਤਾਂ ਨੂੰ ਪਤਾ ਕਿ ਜੋ ਬਚਨ ਬਾਬਾ ਟਲ ਰਾਏ ਜੀ ਕਹਿ ਦਿੰਦੇ ਉਹ ਪੂਰੇ ਹੁੰਦੇ ਨੇ। ਸਹਿਜ ਸੁਭਾਏ ਜੋ ਬਚਨ ਕਹਿ ਦੇਣਾ। ਕਈ ਗੁਰਮੁਖ ਪਿਆਰੇ ਬਾਬਾ ਟਲ ਰਾਏ ਜੀ ਤੋਂ ਬੜਾ ਜਗਦੇ ਨੇ, ਡਰਦੇ ਨੇ, ਝਿਜਕਦੇ ਨੇ ਕਿ ਕੋਈ ਬਚਨ ਜੇਕਰ ਇਹਨਾਂ ਨੇ ਕਹਿ ਦਿੱਤਾ ਤੇ ਪੂਰਾ ਹੋ ਜਾਣਾ। ਉਹ ਝਿਜਕਦੇ ਹੋਏ ਕਹਿੰਦੇ ਬਾਬਾ ਟਲ ਰਾਏ ਜੀ ਨੂੰ ਖੁਸ਼ ਰੱਖਦੇ ਆ। ਜਿਵੇਂ ਛੋਟੇ ਬੱਚਿਆਂ ਨੂੰ ਬਹੁਤੀ ਖਾਣ ਪੀਣ ਦੀ ਵਿਚਾਰ ਹੁੰਦੀ ਹੈ ਨਾ, ਤੇ ਅੰਮ੍ਰਿਤਸਰ ਦੀ ਧਰਤੀ ਦੀ ਸੰਗਤ ਹੋਰ ਵੀ ਜਿੰਨੀ ਸੰਗਤ ਆਉਂਦੀ ਬਾਬਾ ਟਲ ਰਾਏ ਜੀ ਨੂੰ ਖੁਸ਼ ਰੱਖਣ ਦਾ ਯਤਨ ਕਰਦੇ ਆ। ਉਹਨਾਂ ਨੂੰ ਜੋ ਵਸਤੂਆਂ ਕਈ ਦਫਾ ਖਾਣ ਪੀਣ ਨੂੰ ਉਦਾਂ ਦੀਆਂ ਪ੍ਰਦਾਨ ਕਰਦੇ, ਜਿਵੇਂ ਛੋਟੇ ਬੱਚਿਆਂ ਦੇ ਵਿਚਾਰ ਹੁੰਦੀ ਖਾਣ ਦੀ ਪੀਣ ਦੀ, ਉਦਾਂ ਦੀਆਂ ਪ੍ਰਦਾਨ ਕਰਦੇ ਤੇ ਬਾਬਾ ਟਲ ਰਾਏ ਜੀ ਨੂੰ ਖੁਸ਼ ਰੱਖਦੇ ਤੇ ਸਹਿਜ ਸੁਭਾਏ ਉਹ ਜੋ ਵਚਨ ਕਹਿ ਦਿੰਦੇ ਪੂਰਾ ਹੋ ਜਾਂਦਾ। ਤੇ ਕਈ ਸੰਗਤ ਸਤਿਗੁਰੂ ਜੀ ਤੋਂ ਵੀ ਝਿਜਕਦੀਆਂ ਕਿ ਸਤਿਗੁਰੂ ਜੀ ਨੂੰ ਬਚਨ ਕਵਾਂਗੇ, ਸਤਿਗੁਰੂ ਜੀ ਕਿਵੇਂ ਬਚਨ ਉਚਾਰਨ ਕਰਨਗੇ। ਇਸ ਗੱਲੋਂ ਝਿਜਕਦੇ ਹੋਏ ਸਤਿਗੁਰੂ ਜੀ ਨੂੰ ਗੱਲ ਨਹੀਂ ਸੀ ਕਹਿੰਦੇ। ਕਈ ਦਫਾ ਬਾਬਾ ਟਲ ਰਾਏ ਜੀ ਨੂੰ ਬੇਨਤੀ ਕਰ ਦਿੰਦੇ ਸਨ ਤੇ ਵਚਨ ਪੂਰੇ ਵੀ ਹੁੰਦੇ ਸਨ। ਸੰਗਤਾਂ ਕੇ ਬਾਬਾ ਟਲ ਰਾਏ ਜੀ ਨੂੰ ਖੁਸ਼ ਕਰਦੀਆਂ। ਕੋਈ ਇਹ ਯਤਨ ਨਹੀਂ ਸੀ ਕਰਦਾ ਕਿ ਬਾਬਾ ਟਲ ਰਾਏ ਜੀ ਕਿਸੇ ਪੱਖੋਂ ਕਿਸੇ ਤੋਂ ਨਾਰਾਜ਼ ਹੋਣ, ਉਹਨਾਂ ਦੇ ਦੁੱਖ ਉਹਨਾਂ ਦੇ ਹਿਰਦੇ ਨੂੰ ਠੇਸ ਪਹੁੰਚੇ, ਇਦਾਂ ਦੀ ਵਿਚਾਰ ਨਹੀਂ ਸੀ ਰੱਖਦੇ। ਤੇ ਜੇਕਰ ਉਦਾਂ ਕੋਈ ਬਚਨ ਕਹਿ ਵੀ ਦਿੰਦੇ ਸਨ ਤੇ ਪੂਰਾ ਵੀ ਹੁੰਦਾ ਸੀ। ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ। ਉਸ ਵੇਲੇ ਸੰਗਤਾਂ ਏਦਾਂ ਬਾਬਾ ਟਲ ਰਾਏ ਜੀ ਦੇ ਨਾਲ ਵਿਚਰਨ ਲੱਗੀਆਂ ਤੇ ਬਾਬਾ ਟਲ ਰਾਏ ਜੀ ਦੀ ਛੋਟੀ ਜਿਹੀ ਅਵਸਥਾ ਹੈ ਬਚਪਨ ਦੀ। ਜੋ ਅੰਮ੍ਰਿਤਸਰ ਦੀ ਧਰਤੀ ਤੇ ਵਪਾਰੀ ਲੋਕ ਰਹਿੰਦੇ ਨੇ, ਉੱਥੋਂ ਦੇ ਵੱਡੇ ਲੋਕ ਬਿਜ਼ਨਸਮੈਨ ਰਹਿੰਦੇ ਨੇ, ਉਹਨਾਂ ਦੇ ਬੱਚਿਆਂ ਦੇ ਨਾਲ ਇਹਨਾਂ ਦੇ ਜਿਹੜੇ ਉਮਰ ਦੇ ਹਾਣੀ ਲੋਕ ਨੇ, ਬੱਚੇ ਨੇ, ਉਹਨਾਂ ਦੇ ਨਾਲ ਬਾਬਾ ਟਲ ਰਾਏ ਜੀ ਖੇਡਣ ਜਾਇਆ ਕਰਨਾ। ਤੇ ਖੇਡਦੇ ਖੇਡਦੇ ਵੀ ਕਈ ਦਫਾ ਕੋਈ ਨਾ ਕੋਈ ਲੀਲਾ ਉਚਾਰਨ ਕਰ ਹੀ ਦਿੰਦੇ ਸਨ। ਤੇ ਇਧਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਪਤਾ ਸੀ ਇਸ ਗੱਲ ਦਾ ਕਿ ਸਾਡੇ ਪੁੱਤਰ ਛੋਟੇ ਪੁੱਤਰ ਟਲ ਰਾਏ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ, ਇਹ ਜਿਹੜੇ ਬਚਨ ਕਹਿ ਦਿੰਦੇ ਪੂਰੇ ਹੋ ਜਾਂਦੇ ਆ। ਤੇ ਸਤਿਗੁਰੂ ਜੀ ਨੂੰ ਵੀ ਪਤਾ ਸੀ ਜਿਹੜੇ ਹੁਣੇ ਬਚਨ ਕਹਿੰਦੇ ਪੂਰੇ ਹੁੰਦੇ ਆ ਤੇ ਸਮਾਂ ਵੀ ਕਹਿੰਦੇ ਇਹਨਾਂ ਦਾ ਥੋੜੇ ਸਮਾਂ ਹੀ ਬਤੀਤ ਹੋਵੇਗਾ। ਇਹ ਵਿਚਾਰ ਨੂੰ ਮੁੱਖ ਰੱਖ ਕੇ ਬਹੁਤਾ ਸਮਾਂ ਨਹੀਂ ਚੱਲੇਗਾ। ਉਸ ਵੇਲੇ ਸਤਿਗੁਰੂ ਦੀ ਦਾ ਪਾਰ ਬਖਸ਼ਿਸ਼ ਰਹਿਮਤ ਹੋਈ।
सतगुरु जी जानते ने। बाकी दूजे ਜਿਹੜੇ सतगुर ਦੇ ਸਾਹਿਬਜ਼ਾਦੇ ਆ ਉਹ सतगुरु जी ਤੋਂ ਝਿਜਕਦੇ ਆ ਕਿ ਜੇ ਅਸੀਂ ਕੋਈ ਬਚਨ ਕਹਿ ਦਿੱਤਾ ਜਾਂ ਕੋਈ ਸਿੱਖੀ ਦੇ ਖਿਲਾਫ ਕੋਈ ਉਦਾਂ ਦਾ ਬਚਨ ਉਚਾਰਨ ਕੀਤਾ ਗਿਆ ਤੇ सतगुरु जी ਇਸ ਗੱਲ ਨੂੰ ਚੰਗਾ ਨਹੀਂ ਸਮਝਦੇ। ਉਹ ਸਾਨੂੰ सतगुरु जी इस गल्लों नाराज होणगे जेकर कोई गुरु नानक दे दरकार दे प्रति मर्यादा अनुसार विचार खिलाफ कहते कोई गलत बचन उच्चारण किया गया। सूरजमल जी अणी राय जी इस बचनों कहते झिझक के रहिंदे विचार सतगुरु जी नूं प्राप्त करके रहिंदे। ते बाबा टल राय जी कहते सतगुरु दे लाडले पुत्र ने, बहुते लाडले ने, छोटे जे ने। ते सतगुरु गुरु तेग बहादुर महाराज जी बहुत छोटी उम्र दे गोद चुके हुए ने। सत्कारयोग नानकी जी दे उस वेले गुरु प्यारो समा बतीत हुंदा गया। एक दिन की होया कि बाबा टल राय जी ने अपने साथियों दे नाल, अपने मित्रां दे नाल कहंदे एक खेड लीला उच्चारण कीती। खुद गेंद और खुंडी दी जिहड़ी खेड है ना, वो खेडदे आ ते सवेर तो लैके दोपहर, दोपहर तो शाम पै गई है, खेड दे विच मस्त है। ते नाल कहंदे सतगुर दे सेवक भी बाबा टल राय दे नाल नाल रहिंदे आ कि कोई उदां दी विचार ना कर देण जां कोई उदां दा समा ना प्राप्त होवे, क्योंकि उस वेले सतगुरु जी दे नाल जिहड़े ओ लोग ने ना, तुरक लोग, वो वैर विरोध भी रखते हैं। शाहजहां दे जिहड़े अधिकारी ने, अलकार ने, जाओ दे फौजदार ने, कहंदे सतगुरु जी दे नाल वैर विरोध रखते। इस आधार ते भी कहंदे सतगुरु दे सेवक नाल रहिंदे आ, शस्त्रधारी। ते कहंदे एक दिन इहो जिहा समा होया ते बाबा टल राय जी अपने मित्रां दे नाल, अपने दोस्तां दे नाल वो गेंद खुंडी खेड रहे ने। सवेर तो दोपहर, दोपहर तो शाम हो गई, शाम तो हुण रात दा समा बतीत होना शुरू हो गया। इन्हां ने पक्की शर्त ला के वो खेड जिहड़ी है ना खेडना कीती है। ते सतगुरु जी की कृपा हुई, कहंदे जिहड़े इन्हां दे नाल दे मित्र सन, दोस्त सन, वो खेडदे खेडदे उन्हां ने विचार कीती, कहंदे कि हुण ते रात पै गई, आपां कल नूं खेडांगे। ਇਹ ਜਿਹੜੀ ਖੇਡ ਆਪਾਂ ਇੱਥੇ ਬੰਦ ਕਰ ਦਿੰਨੇ ਆ, ਕੱਲ ਨੂੰ ਨਵੀਂ ਫੇਰ ਇਸੇ ਰੂਪ ਦੇ ਵਿੱਚ ਇਹੀ ਖੇਡ ਫੇਰ ਸ਼ੁਰੂ ਕਰ ਲਵਾਂਗੇ ਇੱਥੋਂ ਹੀ। ਹੁਣ ਸਮਾਪਤੀ ਕਰ ਦਿੰਨੇ ਖੇਡ ਦੀ। ਤੇ ਨਾਲ ਸਤਿਗੁਰੂ ਦੇ ਸਿੱਖ ਗਏ, ਉਹਨਾਂ ਨੇ ਵੀ ਕਿਹਾ ਬਈ ਤੁਸੀਂ ਬਾਬਾ ਜੀ ਤੁਸੀਂ ਕੱਲ ਨੂੰ ਖੇਡੋ। ਟਲ ਰਾਏ ਜੀ ਸਮਾਂ ਬਹੁਤ ਜ਼ਿਆਦਾ ਹੋ ਗਿਆ, ਹੁਣ ਚੱਲਣਾ ਚਾਹੀਦਾ। ਤੇ ਉਸ ਵੇਲੇ ਬਾਬਾ ਟਲ ਰਾਏ ਜੀ ਨੇ ਵਿਚਾਰ ਕੀਤੀ, ਆਪਣੇ सेवक जिहड़ा इहदे नाल दा वा, वो जिहड़ा खेडदा जिहदे जुम्मे बाबा टल राय जी दी दाई है, वारी है, वो कहंदे एक ब्राह्मण दा पुत्र है, एक बिजनेसमैन दा पुत्र है, जिहदा नाम इतिहास दे विच गुरमुख करके वर्णन कीता गया। ਉਹਨੂੰ गुरमुख कहंदे ने। ते सतगुरु गुरु हरगोबिंद महाराज की कृपा वरती, उस वेले वो गुरमुख नाम दे बिजनेसमैन दा पुत्र है, जिहदे नाल कहंदे सतगुरु दे पुत्र बाबा टल राय जी की खेड खेडी जा रही है। विचार कीती, कहंदे कल नूं आपां फेर आवांगे, इत्थों ही शुरू करांगे खेड। ते समाप्ति कीती गई। कहंदे बाबा टल राय जी अपने गृह वेखे सतगुरु दे सन्मुख चले गए, दरबार साहिब वेखे। इधरों बहुत बड़े बिजनेसमैन गुरमुख नाम दे उस मनुख दे पुत्र ने भी अपने घरे जाना कीता। रात नूं की होया, परमात्मा वालों भाना वरतिया। कहंदे उन्हां दे घर दे विचों एक बहुत जहरीला सप निकल के उस बच्चे दे डंग मारिया ते ओदा इलाज करवाउण लगे ने रात नूं, जिहदे जिम्मेदारी है बाबा टल राय जी दी।
ਘਰੋਂ ਸੱਪ ਨਿਕਲਿਆ ਤੇ ਸੱਪ ਨੇ ਡੰਗ ਮਾਰਿਆ, ਉਹਦੇ ਜ਼ਹਿਰ ਨੂੰ ਪੂਰਨ ਤੌਰ ਤੇ ਕਹਿੰਦੇ ਬਾਬਾ ਉਸ ਬੱਚੇ ਦੇ ਸਰੀਰ ਨੂੰ ਆਪਣੇ ਵੱਸ ਵਿੱਚ ਕਰ ਲਿਆ ਜ਼ਹਿਰ ਨੇ। ਉਹ ਸਾਰੀ ਰਾਤ ਤੱਕ ਕਹਿੰਦੇ ਆਪਣਾ ਇਲਾਜ ਕਰਵਾਉਂਦੇ ਰਹੇ, ਕਿਤੋਂ ਵੀ ਪੂਰੀ ਨਾ ਪਈ। ਆਖਰਕਾਰ ਉਹ ਬੱਚਾ ਦਿਨ ਚੜ੍ਹਦੇ ਸਾਰ ਮਰ ਗਿਆ। ਤੇ ਜਦੋਂ ਮਰਿਆ ਵਿਰਲਾਪ ਹੋਣਾ ਸ਼ੁਰੂ ਹੋ ਗਿਆ। ਇੱਕ ਲੌਤਾ ਪੁੱਤਰ ਸੀ ਉਹ। ਰੋਣ ਕਰਲਾਉਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸਾਰੇ ਲੋਕ ਰੋਂਦੇ ਕਰਲਾਉਂਦੇ, ਆਂਢ ਗੁਆਂਢ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ। ਇੱਕੋ ਇੱਕ ਪੁੱਤਰ ਹੈ, ਇੱਕ ਲੌਤਾ ਪੁੱਤਰ ਹੈ। ਹੁਣ ਉਹ ਵੀ ਮਰ ਗਿਆ। ਕਹਿੰਦੇ ਕੀਤਾ ਕੀ ਜਾਵੇ ਪ੍ਰਮਾਤਮਾ ਦੇ, ਤੇ ਜਿਵੇਂ ਜਿਵੇਂ ਜਿਹਦੀ ਲਿਖੀ ਹੈ ਆਉਣ ਦੀ ਜਾਂ ਜਾਣ ਦੀ, ਉਹ ਪ੍ਰਮਾਤਮਾ ਦੇ ਹੱਥ ਵੱਸ ਵਿੱਚ ਹੈ। ਕੋਈ ਸੰਸਾਰ ਦੇ ਵਿੱਚ ਕਹਿੰਦੇ ਏਦਾਂ ਕਿਸ ਤੇ ਆ ਕੇ ਦੁੱਖ ਪ੍ਰਾਪਤ ਹੋਵੇ, ਪ੍ਰਮਾਤਮਾ ਕਹਿੰਦੇ ਉਹਨੇ ਕਰਮਾਂ ਦੀ ਲੇਖੀ ਅਨੁਸਾਰ ਹੀ ਪ੍ਰਾਪਤ ਹੁੰਦਾ। ਪ੍ਰਮਾਤਮਾ ਦੇ ਵਿੱਚ ਇਹਦਾ ਕੋਈ ਦੋਸ਼ ਨਹੀਂ। ਜਿਵੇਂ ਕਿਸੇ ਵਿਦਵਾਨ ਲੋਕਾਂ ਨੇ ਦੱਸਿਆ, ਕਹਿੰਦੇ ਇੱਕ ਨਾ ਦੇ ਕਰ ਧੀਆਂ, ਧੀਆਂ ਕਰ ਦੋਤਰੇ, ਇੱਕ ਨਾ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇੱਕ ਨਾ ਦੇ ਕਰ ਇੱਕ, ਉਹ ਵੀ ਜਾਏ ਮਰ। ਰਜੀਦਾ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ, ਤੂੰ ਇੰਜ ਕਰ। ਕਹਿੰਦੇ ਪ੍ਰਮਾਤਮਾ ਨੂੰ ਕੋਈ ਕੌਣ ਕਵੇ ਤੂੰ ਐ ਨਹੀਂ ਏਦਾਂ ਕਰ। ਉਹਦੀ ਮਰਿਆਦਾ, ਉਹਦੀ ਵਿਚਾਰ ਹੈ। ਕਹਿੰਦੇ ਜਿਹੜਾ ਮਨੁੱਖ ਜਿੱਦਾਂ ਕਰਮ ਕਰਦਾ ਉਦਾਂ ਉਹ ਕਰਮਾਂ ਦੇ ਵਿੱਚ ਉਹਨੂੰ ਫਲ ਪ੍ਰਾਪਤ ਕਰਨਾ ਪੈਂਦਾ। ਭਾਵੇਂ ਉਹ ਫਲ ਕਰਮਾਂ ਦਾ ਦੁੱਖ ਹੋਵੇ, ਭਾਵੇਂ ਸੁੱਖ ਹੋਵੇ। ਦੁੱਖ ਭਾਵੇਂ ਧੀਆਂ ਪੁੱਤਰਾਂ ਦਾ ਹੋਵੇ ਜਾਂ ਆਪਣਾ ਆਪ ਦਾ ਹੋਵੇ, ਸੁੱਖ ਭਾਵੇਂ ਧੀਆਂ ਪੁੱਤਰਾਂ ਦਾ ਹੋਵੇ ਜਾਂ ਆਪ ਦਾ ਸੁੱਖ ਹੋਵੇ। ਕਹਿੰਦੇ ਦੁੱਖ ਤੇ ਸੁੱਖ ਭੋਗਣੇ ਪੈਂਦੇ ਹੀ ਆ। ਕੋਈ ਪਰਮਾਤਮਾ ਨੂੰ ਕਿਵੇਂ ਕਹਿ ਸਕਦਾ ਤੂੰ ਏਦਾਂ ਨਹੀਂ ਏਦਾਂ ਕਰ, ਭਾਵ ਨਹੀਂ ਕਹਿ ਸਕਦਾ। ਉਹਦੇ ਜਿਵੇਂ ਕਰਮਾਂ ਅਨੁਸਾਰ ਲਿਖਿਆ ਉਹਦੇ ਹੋ ਕੇ ਰਹਿਣਾ। ਗੁਰਬਾਣੀ ਕਹਿੰਦੀ ਲੇਖ ਨਾ ਮਿਟਾਈ ਹੈ ਸਕੀ, ਜੋ ਲਿਖਿਆ ਕਰਤਾਰ। ਜੋ ਪ੍ਰਮਾਤਮਾ ਨੇ ਲੇਖ ਦੇ ਵਿੱਚ ਲਿਖ ਦਿੱਤਾ ਕਰਮਾਂ ਦੇ ਅਨੁਸਾਰ ਉਹਦੇ ਹੋ ਕੇ ਰਹਿਣਾ। ਭੋਗੇ ਬਿਨਾ ਭਾਗਾ ਨਹੀਂ, ਕਰਮ ਗਤੀ ਬਲਵਾਨ। ਕਹਿੰਦੇ ਫਿਰ ਸਤਿਗੁਰੂ ਜੀ ਦੀ ਇਹ ਮਰਿਆਦਾ, ਇਹ ਦਸਤੂਰ ਹੈ, ਇਹ ਸਤਿਗੁਰੂ ਜੀ ਦੀ ਵਿਚਾਰ ਹੈ। ਕਹਿੰਦੇ ਉਸ ਵੇਲੇ ਉਹ ਬੱਚਾ ਮਰ ਗਿਆ। ਰੋਣ ਕਰਲਾਉਣ ਦੀ ਆਵਾਜ਼ਾਂ ਆਉਣ ਲੱਗ ਪਈਆਂ। ਲੋਕ ਕਹਿੰਦੇ ਇਕਲੌਤਾ ਪੁੱਤਰ ਸੀ, ਬਹੁਤ ਮਾੜਾ ਹੋਇਆ, ਏਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਪ੍ਰਮਾਤਮਾ ਦੇ ਦਰ ਘਰ ਦੇ ਵਿੱਚ ਇਹ ਵਿਚਾਰ ਹੈ ਜਿੱਦਾਂ ਕਰਮ ਕਮਾ ਲਈ ਉਦਾਂ ਹੋ ਕੇ ਰਹਿੰਦਾ। ਉਹ ਭੋਗੇ ਤੋਂ ਬਿਨਾਂ ਮਿਟਾਇਆ ਨਹੀਂ ਜਾ ਸਕਦਾ। ਤੇ ਕਹਿੰਦੇ ਰੌਲਾ ਪੈ ਗਿਆ, ਰੋਣ ਕਰਲਾਉਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਏਦਾਂ ਬਹੁਤ ਜ਼ਿਆਦਾ ਕਹਿੰਦੇ ਇਕੱਠ ਹੋਣਾ ਸ਼ੁਰੂ ਹੋ ਗਿਆ। ਸੋਗ ਦੀ ਲਹਿਰ ਛਾ ਗਈ। ਤੇ ਉਧਰੋਂ ਬਾਬਾ ਟਲ ਰਾਏ ਜੀ ਦਾ ਵੀ ਸਮਾਂ ਹੋ ਗਿਆ ਆਪਣੀ ਦਾਈ ਪ੍ਰਾਪਤ ਕਰਨ ਦਾ, ਆਪਣੀ ਵਾਰੀ ਲੈਣ ਦਾ, ਇਸ ਬੱਚੇ ਤੋਂ ਜਿਹੜਾ ਮਰ ਚੁੱਕਿਆ, ਮ੍ਰਿਤੂ ਹੋ ਗਿਆ। ਤੇ ਖੇਡ ਦਾ ਵੀ ਸਮਾਂ ਹੋ ਗਿਆ। ਤੇ ਬਾਬਾ ਟਲ ਰਾਏ ਜੀ ਨੇ ਵਿਚਾਰ ਕਰਕੇ ਆਪਣੀ ਤਿਆਰੀ ਕੀਤੀ। ਉਹਨਾਂ ਨੂੰ ਨਹੀਂ ਪਤਾ ਕਿ ਉਹ ਸਾਡਾ ਮਿੱਤਰ, ਸਾਡਾ ਦੋਸਤ ਜਿਹਨੇ ਦਾਈ ਦੇਣੀ, ਵਾਰੀ ਦੇਣੀ, ਉਹ ਮਰ ਚੁੱਕਿਆ। ਉਹਨਾਂ ਨੂੰ ਪਤਾ ਨਹੀਂ ਅਜੇ, ਉਹ ਤਿਆਰੀ ਕਰ ਰਹੇ ਨੇ ਉਧਰੇ। ਪਰ ਇਹ ਵਿਚਾਰ ਕਹਿੰਦੇ ਜਿਵੇਂ ਜਿਵੇਂ ਹੋਣੀ ਹੈ, ਕਿਵੇਂ ਕਿਵੇਂ ਪ੍ਰਮਾਤਮਾ ਦੇ ਸਨਮੁਖ ਹੋਣੀ ਹੈ, ਉਸ ਵੇਲੇ ਕਹਿੰਦੇ ਪ੍ਰਮਾਤਮਾ ਨਹੀਂ ਪਤਾ। ਤੇ ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਕਦੇ ਕਿਸੇ ਮਨੁੱਖ ਨੂੰ ਇਹ ਨਹੀਂ ਪਤਾ ਕਿ ਇੱਕ ਸੈਕਿੰਡ ਬਾਅਦ, ਅੱਖ ਦੇ ਝਪਕਣ ਬਾਅਦ ਮਨੁੱਖ ਦੇ ਨਾਲ ਕੀ ਵਰਤੇਗਾ ਤੇ ਕੀ ਨਹੀਂ ਵਰਤੇਗਾ। ਮਨੁੱਖ ਦੇ ਬਹੁਤ ਵੱਡੀ ਆਸ ਲਾ ਕੇ ਬੈਠਾ ਕਿ ਮੈਂ ਸਮੇਂ ਆ ਕੀਤਾ, ਅਗਲੇ ਸਮਾਂ ਕਰਾਂਗਾ। ਪਰ ਇਹ ਮਨੁੱਖ ਨੂੰ ਕੋਈ ਪਤਾ ਨਹੀਂ ਅੱਗੇ ਕੀ ਸਮਾਂ ਪ੍ਰਾਪਤ ਹੋਵੇ। ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਧਨਾਸਰੀ ਰਾਗ ਦੇ ਵਿੱਚ ਫਰਮਾਉਂਦੇ, ਕਹਿੰਦੇ ਹਮ ਆਦਮੀ ਆ ਇੱਕ ਦਮੀ, ਮੋਹਲਤ ਮੋਤ ਨ ਜਾਣਾ, ਨਾਨਕ ਬਿਨ ਵੈ ਦਸੈ ਸਰੇ ਬਹੁ ਜਾਗੇ ਜੀ ਪ੍ਰਾਣਾ। ਕਹਿੰਦੇ ਅਸੀਂ ਤਾਂ ਇੱਕ ਦਮ ਦੇ ਆਦਮੀ, ਜੇ ਦਮ ਆ ਗਿਆ ਠੀਕ ਹੈ, ਜੇ ਨਹੀਂ ਆਇਆ, ਸਰੀਰ ਨੂੰ ਦਮ ਨਹੀਂ ਆਇਆ, ਸਾਹ ਨਹੀਂ ਆਇਆ, ਤੇ ਮਿਰਤਕ ਰੂਪ ਦੇ ਵਿੱਚ ਐਲਾਨੇ ਜਾਣੇ, ਡੈਡ ਬੋਡੀ ਕਹਿ ਕੇ ਕਹਿੰਦੇ ਐਲਾਨੇ ਜਾਣੇ ਆ। ਬਾਅਦ ਵਿੱਚ ਮਨੁੱਖ ਨਹੀਂ ਰਹਿੰਦਾ, ਡੈਡ ਬੋਡੀ ਮਿੱਟੀ ਦੀ ਢੇਰੀ ਬਣ ਜਾਂਦਾ। ਜਿਹੜਾ ਮਨੁੱਖ ਮੇਰੀ ਮੇਰੀ ਕਰਦਾ ਰਹਿ ਜਾਂਦਾ, ਉਹ ਸੰਸਾਰ ਦੇ ਵਿੱਚ ਕਹਿੰਦੇ ਉਸੇ ਵਕਤ ਉਹਦਾ ਨਾਮ ਤਬਦੀਲ ਹੋ ਜਾਂਦਾ। ਕੀ ਕਹਿੰਦੇ ਲੋਕ, ਫਲਾਣਾ ਮਨੁੱਖ ਮਿਰਤੂ ਹੋ ਗਿਆ,
ਡਿੱਡ ਬਾਉਡੀ ਹੋ ਗਿਆ। ਤੇ ਸਤਿਗੁਰੂ ਜੀ ਕਹਿੰਦੇ ਇਸੇ ਕਰਕੇ ਮਨੁੱਖ ਨੇ ਬੜੀਆਂ ਆਸਾਂ ਲਾਈਆਂ ਹੁੰਦੀਆਂ, ਮਨੁੱਖ ਤੇ ਸਾਲਾਂ ਬੱਧੀ ਦੀਆਂ ਆਸਾਂ ਲਾਈ ਬੈਠਾ। ਆਹ ਸਮੇਂ ਮੈਂ ਆ ਕੀਤਾ, ਪਿਛਲੇ ਅਗਲੇ ਸਾਲ ਮੈਂ ਆ ਕਰਾਂਗਾ, ਪਰ ਕੋਈ ਪਤਾ ਨਹੀਂ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਵੇ। ਕੀ ਪਤਾ ਉਹ ਸਵਾਸ ਇੱਕ ਪ੍ਰਾਪਤ ਕਰ ਲਿਆ, ਦੂਜਾ ਪ੍ਰਾਪਤ ਕਰੇ ਨਾ ਕਰੇ, ਕੋਈ ਪਤਾ ਨਹੀਂ। ਇਸੇ ਤਰ੍ਹਾਂ ਇਹ ਬੱਚੇ ਦੇ ਨਾਲ ਪ੍ਰਾਪਤ ਹੋਇਆ। ਬਾਬਾ ਟਲ ਰਾਏ ਜੀ ਕਹਿੰਦੇ ਕੱਲ ਨੂੰ ਗੇੜ ਖੇਡਾਂਗੇ, ਪਰ ਇਹ ਨਹੀਂ ਸੀ ਪਤਾ ਕਿ ਸਮਾਂ ਇਹ ਭਾਣਾ ਵਰਤ ਜਾਣਾ। ਏਦਾਂ ਵਿਚਾਰ ਹੋਈ। ਤਾਂ ਤੇ ਆਓ ਪਿਆਰੀ ਸੰਗਤ ਜੀ, ਉਹ ਸਮਾਂ ਜੋ ਸਮਾਪਤ ਹੋ ਚੁੱਕਿਆ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਬਾਬਾ ਟਲ ਰਾਏ ਜੀ ਕਿਵੇਂ ਆਪਣੇ ਖੇਡਣ ਵਾਲੇ ਸਥਾਨ ਤੇ ਪਹੁੰਚਦੇ ਆ ਤੇ ਕਿਵੇਂ ਕਰਕੇ ਲੀਲਾ ਉਚਾਰਨ ਕਰਦੇ ਆ। ਉਹ ਨੌਜਵਾਨ ਉਸ ਆਪਣੇ ਮਿੱਤਰ ਦੀ ਮੌਤ ਦੀ ਖਬਰ ਸੁਣ ਕੇ ਕੀ ਲੀਲਾ ਉਚਾਰਨ ਕਰਦੇ ਆ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਦੀ ਕਿਰਪਾ ਕਰਦੇ ਨੇ।